इकबाल सिंह श्रोमणी अकाली दल ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ। ਇਕਬਾਲ ਸਿੰਘ ਜੀ, ਇਸ ਬਿਆਨ ਨੂੰ ਕਿਵੇਂ ਦੇਖਿਆ ਜਾਵੇ ਜਦੋਂ ਉਹ ਕਹਿੰਦੇ ਨੇ ਕਿ ਹਿੰਦੂਤਵ ਨੇ ਮਨੋਬਲ ਸਿੱਖਾਂ ਦਾ ਖਤਮ ਕਰ ਦਿੱਤਾ ਹੈ? ਸਾਰੇ ਜਿਹੜੇ ਆਪ ਜੀ ਦੇ ਚੈਨਲ ਦੇ ਸਰੋਤੇ ਸੁਣਨੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਮੈਂਟਸ ਦਿੱਤੇ ਆ, ਆਪਣੇ ਵਿਚਾਰ ਪੇਸ਼ ਕੀਤੇ ਆ, ਉਹਦੇ ਚ ਕੋਈ ਗਲਤੀ ਨਹੀਂ ਹੈਗੀ। ਉਹ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ। ਸਿੱਖ ਕੌਮ ਦੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, MP ਨੇ। ਉਹ ਸ਼ੁਰੂ ਤੋਂ ਹੀ ਜਦੋਂ ਤੋਂ ਹੀ ਸਿਆਸਤ ਵਿੱਚ ਆਏ ਨੇ ਉਹ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਠਾਉਂਦੇ ਆ ਰਹੇ ਨੇ ਬਹੁਤ ਦ੍ਰਿੜਤਾ ਨਾਲ, ਬਿਨਾਂ ਕਿਸੇ ਡਰ ਭੈ ਤੋਂ। ਜੇ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਬਿਲਕੁਲ ਦਰੁਸਤ ਕਹੀ ਹੈ, ਉਹਦੇ ਤਾਂ ਕੋਈ ਦੋ ਰਾਮਾ ਨਹੀਂ, ਕੋਈ ਗਲਤ ਨਹੀਂ ਕਿਹਾ ਉਹਨਾਂ ਨੇ। ਹਿੰਦੂਤਵ ਦੇ ਲੋਕ ਈਰਖਾ ਕਰਦੇ ਨੇ, ਇਸ ਕਰਕੇ ਮੇਰੇ ਤੇ ਇਲਜ਼ਾਮ ਲਗਾਉਂਦੇ ਨੇ। ਉਹਨਾਂ ਨੇ ਇਹ ਵੀ ਕਿਹਾ, ਸਾਡੇ ਨਾਲ ਟੀਨਾ ਸ਼ਰਮਾ ਵੀ ਜੁੜੇ ਹੋਏ ਨੇ ਜਿਨ੍ਹਾਂ ਨੇ ਕੰਪਲੇਂਟ ਵੀ ਕੀਤੀ ਸੀ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ। ਜੀ ਇਹ ਵੀ ਬਿਲਕੁਲ ਦਰੁਸਤ ਹੈ। ਜਿਹੜੀ ਹਿੰਦੂਤਵ ਸੋਚ ਦੇ ਕੱਟੜਵਾਦੀ ਲੋਕ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਰਸਨੈਲਿਟੀ ਤੋਂ ਭੈ ਵੀ ਖਾਂਦੇ ਨੇ ਤੇ ਈਰਖਾ ਵੀ ਕਰਦੇ ਨੇ। ਇਹੀ ਕਿਉਂਕਿ ਜਿੰਨੇ ਵੀ ਚੈਨਲ ਨੇ ਹਿੰਦੂਤਵ ਸੋਚ ਵਾਲੇ ਜਾਂ ਮੋਦੀ ਮੀਡੀਆ ਹੈ ਜਾਂ ਹੋਰ ਪ੍ਰੈਸ ਹੈ, ਉਹ ਹਮੇਸ਼ਾ ਪੀਲੀ ਪੱਤਰਕਾਰੀ ਦਾ ਸਹਾਰਾ ਲੈ ਕੇ ਜੋ ਸਾਡੀ ਸਿੱਖ ਕੌਮ ਦੀ ਅਸਾਰੂ ਗੱਲ ਹੈ, ਜੋ ਮਨੁੱਖਤਾ ਪੱਖੀ, ਇਨਸਾਨੀਅਤ ਪੱਖੀ ਸਾਡੀਆਂ ਸਰਬਤ ਦੇ ਭਲੇ ਦੀਆਂ ਗੱਲਾਂ ਹੈ, ਉਹਨਾਂ ਨੂੰ ਨੈਗੇਟਿਵ ਕਰਕੇ ਪੇਸ਼ ਕਰ ਰਹੇ ਨੇ। ਤੇ ਲੇਕਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦੀ ਅਗਵਾਈ ਕਰ ਰਹੇ ਨੇ। ਉਸ ਚੰਗੀਆਂ ਗੱਲਾਂ ਜਿਹੜੀਆਂ ਸਿੱਖ ਕੌਮ ਮਨੁੱਖਤਾ ਪੱਖੀ ਹੈਗੀਆਂ ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਨੇ। ਲੇਕਿਨ ਜਿਹੜੀ ਪ੍ਰੈਸ ਹੈ, ਜਿਹੜੀ ਹਿੰਦੂਤਵ ਸੋਚ ਹੈ ਜਾਂ ਹਿੰਦੂਤਵ ਹੁਕਮਰਾਨ ਨੇ, ਉਹਨਾਂ ਦੇ ਨਾਲ ਈਰਖਾਵਾਦੀ ਸੋਚਦੇ ਨੇ। ਉਹਨਾਂ ਦੀ ਗੱਲ ਨੂੰ ਖਤਮ ਕਰਕੇ ਆਪਣੀ ਨੈਗੇਟਿਵ ਗੱਲ ਨੂੰ ਉਭਾਰਦੇ ਨੇ। ਇਹ ਉਹਨਾਂ ਦੀ ਲੜਾਈ ਹੈ, ਉਹ ਚੱਲ ਰਹੀ ਹੈ, ਉਹ ਚੱਲੂਗੀ, ਸਾਡੀ ਪਤੇ ਹੋਊਗੀ ਜੀ। ਲੇਕਿਨ ਇਸ ਬਿਆਨ ਨੂੰ ਦੇਖਿਆ ਕਿਵੇਂ ਜਾਵੇ? ਇਸ ਬਿਆਨ ਦਾ ਮਤਲਬ ਕੀ ਹੈ ਜਦੋਂ ਕਹਿੰਦੇ ਨੇ ਸਿੱਖਾਂ ਦਾ ਮਨੋਬਲ ਹਿੰਦੂਤਵ ਨੇ ਖਤਮ ਕਰ ਦਿੱਤਾ ਹੈ? ਕੀ ਸਿੱਖਾਂ ਦਾ ਮਨੋਬਲ ਖਤਮ ਹੋ ਗਿਆ ਹੈ? ਨਹੀਂ, ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਨੇ ਆਪਣੀ ਭਾਵਨਾ ਪ੍ਰਗਟਾਈ ਹੈ ਵੀ ਹਿੰਦੂਤਵ ਜਿਹੜੀ ਤਾਕਤ ਹੈ, ਹਿੰਦੂਤਵ ਹੁਕਮਰਾਨ ਨੇ, ਹਿੰਦੂਤਵ ਪ੍ਰੈਸ ਹੈ, ਉਹ ਸਾਡੇ ਤੇ ਹਮਲੇ ਇਸ ਤਰ੍ਹਾਂ ਗੈਰ ਦਲੀਲ ਢੰਗ ਨਾਲ, ਗੈਰ ਖਲਾਕੀ ਢੰਗ ਨਾਲ ਸਾਡੇ ਤੇ ਹਰ ਖੇਤਰ ਵਿੱਚ ਹਮਲੇ ਕਰ ਰਹੇ ਨੇ, ਜਿਸ ਨਾਲ ਜਿਹੜੇ ਸਿੱਖ ਹੈ ਉਹਨਾਂ ਦੇ ਮਨੋਬਲ ਨੂੰ ਕੋਈ ਫਰਕ ਪਿਆ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਸਿੱਖ ਉਸ ਗੱਲ ਨੂੰ ਹਾਰ ਮੰਨ ਚੁੱਕੇ ਨੇ। ਸਿੱਖ ਨੇ ਕਦੇ ਹਾਰ ਨਹੀਂ ਮੰਨੀ। ਉਹ ਲੜਾਈ ਲੜਦਾ ਹੈ, ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਸਮਝ ਕੇ ਸੱਚ ਦੀ, ਹੱਕ ਦੀ, ਮਨੁੱਖਤਾ ਦੇ ਭਲੇ ਦੀ, ਇਨਸਾਨੀਅਤ ਦੀ ਲੜਾਈ ਹਮੇਸ਼ਾ ਲੜਦਾ ਹੈ। ਪਿਛਲਾ ਇਤਿਹਾਸ ਚੱਕ ਲਓ ਤੁਸੀਂ, ਹੁਣ ਤੱਕ ਵੀ ਲੜ ਰਿਹਾ, ਅੱਗੇ ਨੂੰ ਵੀ ਲੜੂਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੀ ਇਸ ਸਮੇਂ ਕੋਈ ਵੀ ਅਜਿਹੀ ਪਰਸਨੈਲਿਟੀ ਨਹੀਂ ਜੋ ਸਿੱਖ ਕੌਮ ਦੀ, ਪੰਜਾਬ ਸੂਬੇ ਦੀ ਗੱਲ ਨੂੰ ਦ੍ਰਿੜਤਾ ਨਾਲ, ਸਚਾਈ ਨਾਲ ਕਰ ਸਕੇ। ਇੱਕੋ ਇੱਕ ਸ਼ਖਸੀਅਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਉਹਨਾਂ ਨੇ ਆਪਣੀ ਭਾਵਨਾ ਪ੍ਰਗਟਾਈ ਹੈ, ਨਾ ਕਿ ਅਸੀਂ ਕੋਈ ਹਾਰ ਨੂੰ ਮੰਨ ਲਿਆ। ਅਸੀਂ ਲੜ ਰਹੇ ਹਾਂ, ਅਸੀਂ ਲੜਾਂਗੇ, ਅਸੀਂ ਫਤਿਹ ਪ੍ਰਾਪਤ ਕਰਾਂਗੇ। ਜੀ, ਤੁਸੀਂ ਕਿਹਾ ਕਿ ਜਿਹੜੇ ਹਿੰਦੂਤਵ ਕੱਟੜਵਾਦੀ ਲੋਕ ਨੇ ਉਹਨਾਂ ਨੂੰ ਈਰਖਾ ਹੋ ਰਹੀ ਹੈ, ਲੇਕਿਨ ਦੂਸਰੇ ਪਾਸੇ ਬੀਜੇਪੀ ਦੇ ਆਗੂ ਜੁੜੇ ਨੇ ਉਹ ਕੱਟੜਵਾਦੀ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਰਹੇ ਨੇ। ਇਹ ਉਹ ਕੱਟੜਵਾਦੀ ਉਹਨਾਂ ਨੂੰ ਕਿਵੇਂ ਸਾਬਿਤ ਕਰ ਸਕਦੇ ਨੇ? ਅਸੀਂ ਤਾਂ ਕਰਦੇ ਹਾਂ, ਅਸੀਂ ਤਾਂ ਦੱਸਦੇ ਹਾਂ ਵੀ ਸਾਡਾ ਤਾਂ ਇਤਿਹਾਸ ਬਦਲ ਰਹੇ ਹਾਂ। ਸਾਡੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਨੂੰ ਪੂਰੀਆਂ ਸ਼ਾਸੀ ਢੰਗਾਂ ਨਾਲ ਬੱਚਿਆਂ ਦੇ ਸਿਲੇਬਸ ਵਿੱਚ ਬਦਲ ਰਹੇ ਨੇ। ਜੋ ਸਾਡੀਆਂ ਚੰਗੀਆਂ ਗੱਲਾਂ ਉਹ ਉੱਥੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੂੰ ਬਦਮਾਸ਼ ਦੱਸ ਰਹੇ ਨੇ, ਜ਼ਾਲਮ ਦੱਸ ਰਹੇ ਨੇ, ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਹਮੇਸ਼ਾ ਮਨੁੱਖਤਾ ਪੱਖੀ ਗੱਲ ਕੀਤੀ ਹੈ, ਇਨਸਾਨੀਅਤ ਪੱਖੀ ਗੱਲ ਕੀਤੀ ਹੈ, ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਗੱਲ ਕੀਤੀ ਹੈ, ਬਰਾਦਰੀਆਂ ਤੋਂ ਉੱਪਰ ਉੱਠ ਕੇ ਗੱਲ ਕੀਤੀ ਹੈ। ਉਹ ਸਾਨੂੰ ਇਤਿਹਾਸ ਵਿੱਚ ਗਲਤ ਸਾਬਤ ਕਰਨਾ ਚਾਹੁੰਦੇ ਨੇ, ਲੇਕਿਨ ਉਹ ਕਾਮਯਾਬ ਨਹੀਂ ਹੋਣਗੇ। ਉਹ ਮਾਨ ਸਾਹਿਬ ਨੇ ਕਹੀ ਹੈ ਗੱਲ, ਠੀਕ ਹੈ, ਬਿਲਕੁਲ ਕਹੀ ਹੈ ਉਹਨਾਂ ਨੇ। जी, टीना शर्मा जुड़े हुए ने साढ़े नाल। टीना जी, क्या कहना चाहेंगे आप? मेरा नाम टीना कपूर शर्मा है। मैं भी पंजाबी हूँ। मैं नहीं समझ पा रही हूँ कि इनके साथ कौन से पंजाबी हैं। इस देश में सिर्फ वो पंजाबी हैं और वो ही पंजाबी रहेंगे जो देश को प्यार करेंगे। ये जो जिस तरह की बातें, ये नफरत की आंधी फैला रहे हैं पाकिस्तान और बाहर के देशों से मिलके, मुझे लगता है कि इनको डेमोक्रेसी में किस तरह रहना है ये अब सीखना ही पड़ेगा। और ये कहीं ना कहीं जिस तरह की बातें कर रहे हैं, जो इनकी आइडियोलॉजी है, उसमें कहीं भी इस देश का फायदा नजर मुझे नहीं आता है। पंजाब को हिंदुस्तान से अलग करना, इनके ट्विटर अकाउंट में, सिमरनजीत सिंह मान के ट्विटर अकाउंट में खालिस्तान जो है वो कहीं ना कहीं इन्होंने हैशटैग खालिस्तान लिखा हुआ है। मुझे खुद बताइए, आप मीडिया से हैं, आप बताइए कि खालिस्तान की मांग कितनी जायज है हिंदुस्तान में? लेकिन वो मांग पहला भी चुकते रहे ने टीना जी, वो मांग शुरू से उठाते रहे हैं और पहले भी जीते हैं, अभी भी उठा रहे हैं। जी सुनिए, उससे पंजाब में दो फाड़ हो रहा है, उसमें किसी का फायदा नहीं हो रहा है। इसी नेता का, सिमरनजीत सिंह मान का फायदा हो रहा है। ये अपनी जीत को भिंडरे वाला को श्रेय दे रहे हैं। अब सोचिए ना, ये पंजाब को कहाँ लेकर जा रहे हैं? इस मांग को, जिस तरह की मांग ये रख रहे हैं, और पंजाबियों ने इस मांग को डिस्कार्ड किया है। आज तक वो मांग इनकी किसी सिरे क्यों नहीं लगी है? 77 साल के सिमरनजीत सिंह मान हो गए हैं।
मांग किसी सिरे क्यों नहीं लगी है आज तक? क्योंकि कोई, मैं फिर कह रही हूँ, कोई पंजाबी इनके साथ नहीं है, कोई सिख इनके साथ नहीं है। मैं बचपन से सिख परिवार से और पंजाबी परिवार से हूँ। मैं मानती, मेरे दादाजी ने, मेरे परिवार ने, मेरे नानके ने मुझे यही बताया है कि जो खालिस्तान की जो मांग है ये बिल्कुल डिस्प्यूटेड मांग है, जैसे कश्मीर की मांग है। और ऐसे लोगों को हम जैसे युवा खड़े होकर, भगत सिंह को आतंकवादी इन्होंने कहा है, भगत सिंह शहीद आजम है, भगत सिंह हमारे घर की किताबों में है, हमारी एनसीईआरटी की किताबों में है। भगत सिंह, इनका अलग सिलेबस है जी पंजाब का। पंजाब के स्कूलों में जो पढ़ाया जाता है वो एक अलग सिलेबस ही चला रहे हैं, जिसको मुझे लगता है हिंदुस्तान को चेंज करना होगा। भगत सिंह हमारे सरकारी दफ्तरों की दीवारों पर है। मैं ये पूछना चाहती हूँ पंजाब सरकार से, श्री भगवंत मान से, कि भगत सिंह को उल्टे हाथ पे आपने लगाया है दीवार पे और अंबेडकर को राइट हैंड साइड पे लगाया है, इनके खिलाफ आप एक्शन क्यों नहीं लेते हैं? इसका मतलब आप दोनों मिले हैं, दोनों, ये शिरोमणि अकाली दल और भगवंत मान की जो सरकार है आम पार्टी की, ये आपस में मिलके कहीं ना कहीं खालिस्तान की मांग को मजबूत कर रहे हैं और हमारे पंजाब को और सेंसिटिव कर रहे हैं। वो पहले ही सेंसिटिव स्टेट है। सिद्धू ने जो गंद मचाया था, आज वो सलाखों के पीछे हैं, तो थोड़ा गंदगी कम हुई है। लेकिन मेरा ये कहना है, ऐसा कोई पंजाबी नहीं है जो इनके साथ है, कोई पंजाबी ऐसा नहीं है। ये चंद पंजाबियों को इस्तेमाल कर रहे हैं। मैं उन पंजाबियों से हाथ जोड़ के निवेदन कर दी हाँ कि इनके चंगुल से बाहर निकलें। ये अपनी राजनीति चमका रहे हैं, ये पंजाबियों को कुछ नहीं दे रहे हैं। क्या ये खालिस्तान की मांग वाले पंजाबियों को शिक्षा दे रहे हैं? क्या ये खालिस्तान की मांग वाले पंजाबियों को, जिनको इन्होंने साथ में लिया, सिखों को, क्या उनको कोई ऐसी कोई पाठ दे रहे हैं जिसमें वो देश से प्रेम करें? ये राष्ट्रवादिता नहीं है, नेशनलिस्ट नहीं है, ये एंटी नेशनल है, ये देशद्रोही हैं। और मैं चाहती हूँ कि देशद्रोह का इन पे केस लगना चाहिए। मेरी, अगर ये कहते हैं कि बिना सिक्योरिटी के चलते हैं, तो मैं भी बिना सिक्योरिटी के चलती हूँ। फौजी परिवार से आती हूँ, मेरे पति अभी भी सरकार में है, ससुर फौज से रिटायर्ड है। मैं शहीदों को, आतंकवादी बोलने वाले व्यक्ति को जीवन भर नहीं छोड़ूंगी और ये प्रथा इस देश में नहीं चलेगी। 77 साल के सिमरजीत मांग को पब्लिकली अपॉलॉजी देनी पड़ेगी। और वो क्यों मीडिया से बच रहे हैं? मेरा तो पहला सवाल सही है, क्यों लोगों को भेज रहे हैं, क्यों बाइट डाल देते हैं? क्योंकि वो चाहते हैं कि इस देश, और मैं चाहती हूँ इस देश में अब हिंदुत्व पे तो जो है वो है, मैं उस पे जाना नहीं चाहूंगी, क्योंकि मैं, उनको लगता है कि हिंदुत्व के लोग ऐसा कर रहे हैं, लेकिन मैं तो खुद ही सिक्की पंजाबी कौम से आती हूँ जी। मैं तो खुद ही सिक्की पंजाबी कौम से आती हूँ। हिंदुत्व इनसे ईर्ष्या नहीं करता है। इतने साल इनकी कोई एग्जिस्टेंस रही है हिंदुस्तान में, अगर हिंदुत्व इनसे ईर्ष्या करता तो इनको पंजाब में जीने नहीं देता, इनको पंजाब में जीने नहीं देता। दूसरी बात मैं ये कहना चाहती हूँ कि आज हिंदुस्तान जानना चाहता है, अगर चंद्रशेखर आजाद की जन्म जयंती हम 2 दिन पहले मना रहे हैं और उनको हम जो है शहीद कह रहे हैं, शहीद आजम, फिर शहीद आजम भगत सिंह को आतंकवादी कैसे हो सकता है? मेरी सिर्फ इतनी सी रिक्वेस्ट है कि हम ये जानना चाहते हैं, पंजाब के लोग तय करें कि भगत सिंह शहीद आजम थे या आतंकवादी थे। आज इस देश में ये चर्चा होनी चाहिए, नहीं तो फौज में कोई नहीं जाएगा, फौज में कोई नहीं जाएगा, बॉर्डरों को कोई सेफ नहीं करेगा। और कहीं ना कहीं मुझे ऐसा लगता है कि इस देश को दो फाड़ करने की जो राजनीति इन्होंने चलाई है शिरोमणि अकाली दल ने, मैं उसको खत्म करके रहूंगी। मेरे साथ पूरा पंजाब है, मेरे पास बहुत रिस्पांस है। मुझे जिस तरह से संगरूर की विधानसभा, लोकसभा, जहां से मुझे रिस्पांस आ रहा है, वो इनके खिलाफ है। एक तबका है जिन्होंने इनको वोट नहीं दिया है। ये तो कहीं ना कहीं खालिस्तानियों की मांग करने वाले लोगों की वोट पे आ गया है। ठीक है, हमारे पास समय थोड़ा कम है। टीना जी शुक्रिया फिलहाल के लिए। इकबाल सिंह साडे नाल जुड़े, श्रोमणी अकाली दल ਅੰਮ੍ਰਿਤਸਰ ਤੋਂ, ਤੁਹਾਡਾ ਵੀ ਸ਼ੁਕਰੀਆ। ਤਾਂ ਇਹ ਬਿਆਨ ਆਇਆ ਹੈ ਸਿਮਰਨਜੀਤ ਸਿੰਘ ਮਾਨ ਦਾ, ਜਿੱਥੇ ਬੀਜੇਪੀ ਹਮਲਾਵਰ ਹੋਈ ਹੈ। ਇਸ ਬਿਆਨ ਨੂੰ ਲੈ ਕੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਇਕਬਾਲ ਸਿੰਘ ਸਾਡੇ ਨਾਲ ਜੁੜੇ ਸੀ। ਉਹਨਾਂ ਨੇ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਕੋਈ ਵੀ ਗਲਤ ਗੱਲ ਨਹੀਂ ਕਹੀ। ਐਮਪੀ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਿੰਦੂਤਵ ਨੇ ਸਿੱਖਾਂ ਦਾ ਮਨੋਬਲ ਖਤਮ ਕਰ ਦਿੱਤਾ ਹੈ। ਉਹ ਕੌਮ ਦੀ ਆਵਾਜ਼ ਚੁੱਕਦੇ ਰਹਿਣਗੇ, ਪੰਥ ਦਾ ਏਜੰਡਾ ਚੁੱਕ ਰਹੇ ਨੇ, ਇਸੇ ਕਰਕੇ ਉਹਨਾਂ ਤੋਂ ਈਰਖਾ ਕਰ ਰਹੇ ਨੇ, ਲੇਕਿਨ ਉਹ ਕੌਮ ਦੀ ਨੁਮਾਇੰਦਗੀ ਕਰਦੇ ਰਹਿਣਗੇ।